इमरान खान ने ना एक काम किया है, पनाहगाह बनाई। मैं कंडेम करना क्यों कि भाई लंगर खाने बना रहे हो, ए कर ਇਹਦਾ ਕੋਈ ਫਾਇਦਾ ਹੀ ਨਹੀਂ, ਕੋਈ ਫਾਇਦਾ ਨਹੀਂ। ਬਿਲਕੁਲ ਕੋਈ ਪ੍ਰੋਡਕਟਿਵ ਕੰਮ ਤੇ ਨਹੀਂ ਇਹਦੀ ਨਿਸਬਤ ਤੁਸੀਂ ਕੋਈ ਸੁਸਾਇਟੀ ਬਣਾਓ, ਇੱਥੇ ਹੀ ਪਨਾਹਗਾਹ ਦੇ ਵਿੱਚ ਤੁਸੀਂ ਐਸਾ ਨਿਜ਼ਾਮ ਬਣਾਓ ਕਿ ਜਿਹੜਾ ਬੰਦਾ ਕੁਝ ਕਰੇ, ਯਾਨੀ ਕਿ ਜਿਹੜੀ ਮਸ਼ੀਨਰੀ ਹੈ ਗਵਰਨਮੈਂਟ ਮਸ਼ੀਨਰੀ ਉਹ ਲੋਕਾਂ ਨੂੰ ਚੁੱਕੇ ਉੱਥੇ ਲਿਆਵੇ, ਤੁਸੀਂ ਉਹਨਾਂ ਨੂੰ ਠੀਕ ਕਰੋ। ਉੱਥੇ ਤੁਸੀਂ ਪ੍ਰੋਫੈਸਰ ਹੋਣਾ ਚਾਹੀਦਾ ਹੈ, ਇੱਕ ਕੋਈ ਆਰਟਿਸਟ ਹੋਣਾ ਚਾਹੀਦਾ ਹੈ, ਇੱਕ ਉਹਨੂੰ ਤੁਸੀਂ ਪੇ ਕਰੋ, ਉਹ ਉੱਥੇ ਆ ਕੇ 2 ਘੰਟੇ ਦੇਣ, ਉਹ ਪਹਿਲੇ ਬੰਦੇ ਤਿਆਰ ਬੈਠੇ ਹੋ। ਨਿਹਾਇਤ ਐਕਸਟਰਾਆਰਡੀਨਰੀ ਐਟਮੋਸਫੀਅਰ ਹੋਣਾ ਚਾਹੀਦਾ ਉੱਥੇ। ਤੁਸੀਂ ਉਹਨਾਂ ਨਾਲ ਡਾਇਰੈਕਟ ਕੋਈ ਗੱਲ ਨਾ ਕਰੋ, ਤੁਸੀਂ ਆਪਣਾ ਹੋਮਵਰਕ ਕੀਤਾ ਹੋਵੇ, ਤੁਸੀਂ ਉਹਨਾਂ ਨੂੰ ਟੈਕਨੀਕਲੀ ਤਰੀਕੇ ਦੇ ਨਾਲ ਉਹਨਾਂ ਦੀ ਨਫਸੀਆਤ ਨੂੰ ਸਮਝਦੇ ਹੋਏ ਉਹਨਾਂ ਨੂੰ ਮੁxtਲਿਫ ਚੀਜ਼ਾਂ 'ਚ ਇਨਵੋਲਵ ਕਰਦੇ ਇੱਕ ਐਸੀ ਜਗ੍ਹਾ ਤੇ ਲੈ ਆਓ ਕਿ ਤੁਸੀਂ ਦੇਖੋਗੇ ਕਿ ਉਹ 110% ਚੀਜ਼ ਛੱਡ ਦੇਣਗੇ। ਇੱਕ ਮੁਨਸ਼ਿਆਤ ਗਾਹ ਇੱਕ ਡਾਕਟਰ ਨੇ ਬਣਾਈਆਂ ਹੋਈਆਂ ਨੇ, ਉਹ ਉੱਥੇ ਜੇਲਾਂ ਬਣਾਈਆਂ ਨੇ, ਉੱਥੇ ਜਨਾਬ ਉਹ ਜਿਹੜੇ ਮਾਂ ਪਿਓ ਨੇ ਉਹ ਆਪਣੇ ਬੱਚੇ ਨੂੰ ਲਿਆ ਕੇ ਸੁੱਟ ਦਿੰਦੇ ਨੇ, ਉਹ 50-60 ਹਜ਼ਾਰ ਲੱਖ ਰੁਪਏ ਉਹਨਾਂ ਕੋਲ ਲੈ ਲੈਂਦਾ। ਉਹ ਮੁxtਲਿਫ 2 ਨੰਬਰ ਤਰੀਕੇ ਨਾਲ ਦਵਾਈਆਂ ਦੇ ਦੂ ਕੇ ਉਹਨਾਂ ਨੂੰ ਉਹ ਚੀਕਾਂ ਮਾਰ ਉਹਨੂੰ ਇੰਨਾ ਨੁਕਸਾਨ ਪਹੁੰਚਾ ਕੇ ਮੈਂਟਲੀ ਫਿਜ਼ੀਕਲੀ ਇੱਕ ਵਕਤ ਆਉਂਦਾ ਉਹ ਉਸ ਮਾਹੌਲ ਤੋਂ ਡਰ ਕੇ ਵੀ ਉਹ ਕਹਿੰਦਾ ਮੈਂ ਠੀਕ ਹੋ ਗਿਆ, ਮੇਰੇ ਤੁਸੀਂ ਰਿਟਨ ਲਿਖਾ ਲਓ, ਮੈਂ ਹੁਣ ਜਾ ਕੇ ਨਹੀਂ ਕਰਾਂਗਾ। ਲੇਕਿਨ ਉਹ ਜਿਸ ਤਰ੍ਹਾਂ ਹੀ ਉਹ ਇਸ ਮੁਆਸ਼ਰੇ 'ਚ ਆਉਂਦਾ ਉਹ ਫਿਰ ਉਹੀ ਕੰਮ ਉਹ ਰਿਵੈਂਜ ਲੈਂਦਾ। ਉਹ ਯਾਨੀ ਕਿ ਇਨਸਾਨ ਦੀ ਨਫਸੀਆਤ ਜਿਹੜੀ ਹੈ ਉਹਦੇ ਤੋਂ ਜਦੋਂ ਤੁਸੀਂ ਹਟ ਕੇ ਉਹਦੇ ਨਾਲ ਬਿਹੇਵ ਕਰੋਗੇ ਉਹਦਾ ਰਿਐਕਟ ਹੋਏਗਾ, ਰਿਐਕਸ਼ਨ ਹੁੰਦਾ ਤੇ ਉਹ ਹਰ ਜਗ੍ਹਾ पे ਹੁੰਦਾ। ਉਹ ਇਹ ਨਹੀਂ ਕਿ ਉਹ ਕੋਈ ਪ੍ਰੋਫੈਸਰ ਹੋਏਗਾ ਤੇ ਨਹੀਂ ਹੋਏਗਾ ਤੇ ਕੋਈ ਮਜ਼ਦੂਰ ਹੋਏਗਾ ਤੇ ਹੋਏਗਾ, ਨਹੀਂ, ਹਰ ਜਗ੍ਹਾ ਤੇ। ਮੈਂ ਤੁਹਾਨੂੰ ਇੱਕ ਬੱਚਾ ਦਿਖਾ ਸਕਦਾ, ਉਹ ਅੱਜ ਕੱਲ੍ਹ ਮਿਸਿੰਗ ਹੈ, ਮੈਂ ਉਹਦੇ ਪਿੱਛੇ ਉਹਨੂੰ ਲੱਭਦਾ ਫਿਰਨਾ ਵਾਂ। ਉਹਨੇ MA ਕੀਤਾ ਹੈ ਔਰ ਉਹ ਇਹ ਜਿਹੜੇ ਰੇਹੜੀ ਵਾਲੇ ਹੁੰਦੇ ਨੇ ਇਹਨਾਂ ਤੋਂ ਐਲਰਜੀ ਹੈ। ਅੱਛਾ ਮਤਲਬ ਗਲੀ ਮਹੱਲੇ ਰੇਹੜੀ ਵਾਲੇ ਨਹੀਂ ਮੂੰਗਫਲੀ ਵੇਚ ਰਹੇ ਨੇ ਤੇ ਆਵਾਜ਼ਾਂ ਲਗਾ ਰਹੇ ਨੇ। ਉਹਨੇ ਇੱਕ ਰੇਹੜੀ ਵਾਲੇ ਨੂੰ ਬਾਹਰ ਕਹੇ ਯਾਰ ਇਹ ਇਸ ਘਰ ਤੋਂ ਲੈ ਕੇ ਇਸ ਘਰ ਤੱਕ ਜਦੋਂ ਤੂੰ ਆਣਾ ਹੈ ਨਾ ਤੂੰ ਇੱਥੇ ਆਵਾਜ਼ ਨਹੀਂ ਲਗਾਣੀ ਹੈ, ਸਪੀਕਰ ਬੰਦ ਕਰ ਦੇ। ਅੱਛਾ ਇਹ ਬਿਲਕੁਲ ਮੈਨੂੰ ਖੁਦ ਬੜਾ ਬੁਰਾ ਲੱਗਦਾ ਹੈ, ਬਹੁਤ ਹੀ ਬੁਰਾ। ਮਤਲਬ ਤੁਸੀਂ ਅੰਦਰ ਕੋਈ ਤਕਲੀਫ ਵਿੱਚ ਹੋ, ਮਰੀਜ਼ ਹੈ ਜਾਂ ਖੁਦ ਤੁਸੀਂ ਸਟੱਡੀ ਕਰਦੇ ਪਏ ਹੋ, ਲੇਟੇ ਹੋ, ਆਰਾਮ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਆ ਕੇ ਬਗੈਰ ਕੋਈ ਮਤਲਬ ਆਵਾਜ਼ ਵੀ ਫਿਰ ਇਤਨੀ ਯਾਰ ਆ ਤੁਸੀਂ ਜਾਂਜ਼ੇ ਬਲੌਕ ਦੇ ਵਿੱਚ ਇੱਕ ਛੋਟਾ ਜਿਹਾ ਕਾਰਡ ਸੁੱਟ ਦਿਓ ਕਿ ਮੈਂ ਰੱਦੀ ਵਾਲਾ ਔਰ ਜਦੋਂ ਵੀ ਤੁਹਾਨੂੰ ਰੱਦੀ ਦੀ ਜ਼ਰੂਰਤ ਪਵੇਗੀ ਇਹ ਮੇਰਾ ਤੁਸੀਂ ਸੇਵ ਕਰ ਲਓ, ਤੁਸੀਂ ਮੈਨੂੰ ਬੁਲਾਓ। ਹਾਂਜੀ, ਇਹ ਕਿੰਨਾ ਡਿਸੈਂਟ ਤਰੀਕਾ। ਬਿਲਕੁਲ ਨਹੀਂ ਉਹ ਲੋ ਆਰ ਵੇ ਉਹ ਫਿਰ ਉੱਤੇ ਖਲੋ ਜਾਏਗਾ ਸਾਡਾ, ਕਿਉਂਕਿ ਐਲ ਏ ਨੁਕਰ ਬਣਦੀ ਹੈ। ਹੁਣ ਉਹ ਤੇ ਖਲੋ ਗਿਆ, ਉਹਨੇ ਵੀਡੀਓ ਆਡੀਓ ਲਾਈ ਹੈ ਤੇ ਉਹ ਮੈਂ ਉੱਥੇ ਹੁਣ ਫਾਬੇ ਇਹ ਲਾਏ ਰੱਬੇ ਕੋ ਮਾਂ ਤੋਂ ਜ਼ਬਾਨ ਲਿਖ ਰਿਹਾ ਤੇ ਮੇਰਾ ਦਿਮਾਗ ਭਾਂ ਕਰ ਰਿਹਾ। ਦੇਖੋ ਨਾ ਕਿੰਨੀ ਕੀ ਸਿਚੁਏਸ਼ਨ ਹੈ। ਅੱਛਾ, ਉਸ ਬੱਚੇ ਨੇ ਉਹਨੂੰ ਇਹ ਪ੍ਰੋਬਲਮ ਸੀ, ਉਹਦੇ ਨਾਲ ਉਹ ਇਰੀਟੇਸ਼ਨ ਹੋ ਗਈ, ਉਹਨੂੰ ਇਰੀਟੇਸ਼ਨ ਹੋਈ ਤੇ ਉਹ ਨਾ ਉਹਨੂੰ ਇੱਕ ਖੌਫ ਜਿਹਾ ਆਉਂਦਾ ਸੀ ਤੇ ਉਹ ਕਿਉਂਕਿ ਮੇਰੇ ਉਹਨਾਂ ਦੇ ਬਿਲਕੁਲ ਨੇਬਰ ਵਿੱਚ ਮੇਰੇ ਦੋਸਤ ਨੇ ਤੇ ਉਹ ਉੱਥੇ ਮੇਰਾ ਆਣਾ ਜਾਣਾ ਸੀ, ਕਦੀ ਮੈਂ ਚਲਾ ਜਾਣਾ ਸੀ। ਉਹ ਮੈਨੂੰ ਬੜੀ ਅੱਛੀ ਚਾਹ ਪਿਆਉਂਦੇ ਨੇ। ਉਹਨਾਂ ਨੇ ਨਾ ਐਕਸਟਰਾਆਰਡੀਨਰੀ ਫੁੱਲ ਰੱਖੇ ਨੇ ਜਿਨ੍ਹਾਂ ਦੀ ਬੜੀ ਉਮਰ ਹੈ ਉਹਨਾਂ ਫੁੱਲਾਂ ਦੀ। ਉਹ ਉਹਨਾਂ ਦੀ ਅਵੇਅਰਨੈਸ ਵੀ ਹੈ। ਉਹ ਉਹਨਾਂ ਨੇ ਉਹ ਫਿਰ ਉਹਨਾਂ ਨੂੰ ਰੱਖਣ ਦਾ ਤਰੀਕਾ ਮੈਂ ਉਹਨਾਂ ਨੂੰ ਦੱਸਿਆ, ਆਰਟਿਸਟਿਕ ਇੰਜ ਰੱਖੋ। ਹੁਣ ਉੱਥੇ ਇੱਕ ਉਹਨਾਂ ਦਾ ਗਮਲਾ ਵੇ, ਉਹ ਵਲਟੋਈ ਹੈ। ਅੱਛਾ, ਯਾਨੀ ਕਿ ਉਹ ਵਲਟੋਈ ਸੀ, ਉਹਨੂੰ ਉਹਨਾਂ ਨੇ ਇਸਤੇਮਾਲ ਕਰਕੇ ਉਹਦੇ 'ਚ ਉਹ ਲਗਾ ਦਿੱਤਾ। ਹੁਣ ਉਹਨੂੰ ਰੱਖਿਆ ਉਹਨਾਂ ਨੇ ਅਜੀਬ ਤਰੀਕੇ ਨਾਲ ਇੱਟਾਂ ਦੇ ਨਾਲ। ਉਹ ਮੈਂ ਉਹਨਾਂ ਨੂੰ ਇੱਕ ਸਟੈਂਡ ਬਣਾ ਕੇ ਦਿੱਤਾ ਲੱਕੜੀ ਦਾ 200-300 ਵਿੱਚ। ਅੱਛਾ ਉਹਦੇ ਤੇ ਉਹਨਾਂ ਨੇ ਰੱਖਿਆ। ਉਹਦੇ ਨਾਲ ਕੀ ਹੋਇਆ ਕਿ ਉਹਦੀ ਜਿਹੜੀ ਸ਼ਾਖਾ ਹੁਣ ਉਹਨੇ ਨਾ ਉਹ ਫੈਲ ਕੇ ਥੱਲੇ ਤੱਕ ਆ ਰਹੀਆਂ, ਬੜੀਆਂ ਖੂਬਸੂਰਤ। ਮੈਂ ਕਹਿੰਦਾ ਉਹਨਾਂ ਦੇ ਘਰ ਕੋਈ ਆਉਂਦਾ ਨਾ ਉੱਥੇ ਰੁਕ ਜਾਂਦਾ, ਉਹ ਜਾਂ ਤਾਂ ਫੋਟੋਗ੍ਰਾਫ ਲਏਗਾ ਜਾਂ ਉਹਨੂੰ ਪੁੱਛੇਗਾ ਕੀ ਹੈ। ਉਹ ਕਹਿੰਦੇ ਜਦੋਂ ਇਹੀ ਪੌਦਾ ਪਹਿਲੇ ਵੀ ਸੀ ਤੇ ਕੋਈ ਵੀ ਨਹੀਂ ਪੁੱਛਦਾ ਸੀ। ਉਹ ਹੁਣ ਮੈਨੂੰ ਚਾਹ ਪਿਆਉਂਦੇ ਨੇ।